सो असी सारे इनकम टैक्स पेई हैं, साडा सब कुछ ऑन पेपर है, सब कुछ डिकलेयर्ड है। सो इस करके मैं कहा जी जे तुहानूं कुछ फिर भी चाहिए तो असी तुहानूं मुहैया करा दें। जदों दा मैं सियासत च आया उदों दा मैं समझदा कि गवाया ज़्यादा बनया घट है। मेरी एक जांच कोई माड़ी चीज़ नहीं, ज़रूर जांच होनी चाहिए है, सारिਆਂ ਦੀ होनी चाहिए है, चाहे कोई लीडर ने चाहे कोई अफसर ने, सारिਆਂ ਦੀ जांच होनी चाहिए है। जे किसी ਨੂੰ ਕਿਸੇ ਤੇ शिकायत है, जांच कोई माड़ी चीज़ नहीं गी। सिर्फ राजनीतिक लाभ लैण वास्ते जान के किसी ਨੂੰ खज्जल खुआर किया जाए वो गल माड़ी है। ਅੱਜ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਕੁਸ਼ਲਦੀਪ ਸਿੰਘ ਢਿੱਲੋਂ, ਉਹਨਾਂ ਨੂੰ ਬੁਲਾਇਆ ਗਿਆ ਕਿ ਇਨਪੁਟ ਸਰ ਕੁਸ਼ਲਦੀਪ ਢਿੱਲੋਂ MLA ਸਾਬਕਾ MLA ਫਰੀਦਕੋਟ ਜਿਹੜੇ ਹੈਗੇ ਆ, ਇਹਨਾਂ ਨੂੰ ਅੱਜ ਕਾਲ ਕੀਤਾ ਗਿਆ ਸੀਗਾ। ਜਿਹੜੀ ਸਾਡੇ ਕੋਲ ਇੱਕ ਸ਼ਿਕਾਇਤ ਹੈਗੀ ਹੈ ਜਿਹਦੇ ਵਿੱਚ ਇਹਨਾਂ ਦੇ ਦੋਸ਼ ਹੈ ਵੀ ਇਹਨਾਂ ਨੇ ਆਮਦਨ ਤੋਂ ਵੱਧ ਜਿਹੜੀ ਪ੍ਰਾਪਰਟੀ ਬਣਾਈ ਹੈ। ਜਿਹੜੀ ਹੈਗੀ ਸੋਰਸ ਪੋਰਟ ਦੇ ਉੱਤੇ ਜਿਹੜੀ ਵਿਜੀਲੈਂਸ ਇਨਕੁਆਇਰੀ ਦਰਜ ਹੋਈ ਹੈ ਉਹਦੀ ਪੜਤਾਲ ਕਰ ਰਹੇ ਸੀ। ਇਸ ਤੋਂ ਪਹਿਲਾਂ ਵੀ ਕੋਈ ਜਾਂਚ ਆਪਦੇ ਤਰੀਕੇ ਨਾਲ ਕੀਤੀ ਹੈ ਜਾਂ ਉਹਨਾਂ ਨੂੰ ਪਹਿਲੀ ਵਾਰ ਬੁਲਾਇਆ? ਆਧਾਰ 'ਤੇ ਜਿਹੜੀ ਇਹ ਬਿਜ਼ਨਸ ਇਨਕੁਆਇਰੀ ਦਰਜ ਹੋਈ ਆ ਉਹਦੇ ਵਿੱਚ ਹੁਣ ਜਿਹੜਾ ਵੀ ਕੋਈ ਪਹਿਲੀ ਵਾਰੀ ਬੁਲਾਇਆ ਗਿਆ ਇਹਨਾਂ ਨੂੰ। ਬਾਕੀ ਜਿਹੜੀ ਇਹਨਾਂ ਨੇ ਕੁਛ ਇਨਫੋਰਮੇਸ਼ਨ ਸਾਨੂੰ ਜਿਹੜੀ ਦਿੱਤੀ ਹੈ ਔਰ ਜਦੋਂ ਇਹਨਾਂ ਨੂੰ ਹੋਰ ਪਰਫਾਰਮੇ ਦਿੱਤੇ ਭਰਨ ਵਾਸਤੇ, ਜਦੋਂ ਸਾਰੀ ਇਨਫੋਰਮੇਸ਼ਨ ਸਾਡੇ ਕੋਲ ਆ ਜਾਏਗੀ ਉਸ ਤੋਂ ਬਾਅਦ ਨੈਕਸਟ ਕਾਰਵਾਈ ਕੀਤੀ। ਅਸੀਂ ਵਿਜੀਲੈਂਸ ਦੇ ਦਫ਼ਤਰ ਵਿੱਚ ਪਹੁੰਚੇ ਹਾਂ। ਕਾਰਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਬਕਾ ਵਿਧਾਇਕ ਨੇ ਕੁਸ਼ਲਦੀਪ ਸਿੰਘ ਢਿੱਲੋਂ, ਅੱਜ ਉਹਨਾਂ ਨੂੰ ਵਿਜੀਲੈਂਸ ਦਫ਼ਤਰ ਵੱਲੋਂ ਕਿਸੇ ਸ਼ਿਕਾਇਤ ਦੇ ਆਧਾਰ 'ਤੇ ਬੁਲਾਇਆ ਗਿਆ। ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਵੱਲੋਂ ਜਿਹੜੀ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਬਣਾਈ ਗਈ ਹੈ ਉਸ ਦੇ ਆਧਾਰ 'ਤੇ ਜਿਹੜੀ ਸ਼ਿਕਾਇਤ ਆਈ ਹੈ ਵਿਜੀਲੈਂਸ ਵਿਭਾਗ ਕੋਲੇ, ਤਾਂ ਉਸ ਆਧਾਰ 'ਤੇ ਜਿਹੜਾ ਇਹਨੂੰ ਇੱਥੇ ਬੁਲਾਇਆ ਗਿਆ। ਅੰਦਰ ਜਿਹੜੇ ਹੈਗੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਪੁੱਛਗਿੱਛ ਹੋ ਰਹੀ ਹੈ। ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਖੁਦ ਇੱਥੇ ਪਹੁੰਚੇ ਹੈ, ਉਹਨਾਂ ਦਾ ਜਿਹੜਾ ਵਕੀਲ ਹੈ ਉਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਹੈ। ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ, ਪੁੱਛਗਿੱਛ ਹੋ ਰਹੀ ਹੈ। ਜਸਵਿੰਦਰ ਸਿੰਘ DSP ਵਿਜੀਲੈਂਸ ਫਰੀਦਕੋਟ ਉਹ ਖੁਦ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਜਿਹੜੇ ਸਵਾਲ ਜਵਾਬ ਕਰ ਰਹੇ ਆ ਤੇ ਸਾਰੀ ਜਾਣਕਾਰੀ ਅਸਲੀਅਤ ਜਾਣਾਂਗੇ। ਕੁਸ਼ਲਦੀਪ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਜਸਵਿੰਦਰ ਸਿੰਘ DSP ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਕਿਉਂ ਉਹਨਾਂ ਨੂੰ ਜਿਹੜਾ ਇਸ ਵਿਭਾਗ ਦੇ ਵਿੱਚ ਬੁਲਾਉਣ ਦੀ ਲੋੜ ਪਈ। DSP ਵਿਜੀਲੈਂਸ ਜਸਵਿੰਦਰ ਸਾਡੇ ਨਾਲ ਗੱਲਬਾਤ ਕਰਦੇ ਆ। ਸਰ, ਅੱਜ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਕੁਸ਼ਲਦੀਪ ਸਿੰਘ ਢਿੱਲੋਂ, ਉਹਨਾਂ ਨੂੰ ਬੁਲਾਇਆ ਗਿਆ ਕਿ ਇਨਪੁਟ ਸਰ। ਕੁਸ਼ਲਦੀਪ ਢਿੱਲੋਂ MLA ਸਾਬਕਾ MLA ਫਰੀਦਕੋਟ ਜਿਹੜੇ ਹੈਗੇ ਆ, ਇਹਨਾਂ ਨੂੰ ਅੱਜ ਕਾਲ ਕੀਤਾ ਗਿਆ ਸੀਗਾ। ਜਿਹੜੀ ਸਾਡੇ ਕੋਲ ਇੱਕ ਸ਼ਿਕਾਇਤ ਹੈਗੀ ਹੈ ਜਿਹਦੇ ਵਿੱਚ ਇਹਨਾਂ ਦੇ ਦੋਸ਼ ਹੈ ਵੀ ਇਹਨਾਂ ਨੇ ਆਮਦਨ ਤੋਂ ਵੱਧ ਜਿਹੜੀ ਪ੍ਰਾਪਰਟੀ ਬਣਾਈ ਹੈ ਔਰ ਆਪਣੇ ਪਰਿਵਾਰਕ ਮੈਂਬਰ ਤੇ ਬੇਨਾਮੀ ਪ੍ਰਾਪਰਟੀ ਦਾ ਵੀ ਦੋਸ਼ ਹੈ। ਜਿਹੜੀ ਤੁਹਾਡੇ ਕੋਲ ਸ਼ਿਕਾਇਤ ਆਈ ਹੈ, ਸ਼ਿਕਾਇਤ ਕੋਈ ਨਿੱਜੀ ਹੈ ਜਾਂ ਕੋਈ ਸਰਕਾਰ ਕੋਲ ਜਿਹੜੀ ਹੈਗੀ ਸੋਰਸ ਪੋਰਟ ਦੇ ਉੱਤੇ ਜਿਹੜੀ ਵਿਜੀਲੈਂਸ ਇਨਕੁਆਇਰੀ ਦਰਜ ਹੋਈ ਹੈ ਉਹਦੀ ਪੜਤਾਲ ਕਰ ਰਹੇ ਸੀ। ਕੀ ਜਿਹੜੀ ਤੁਹਾਡੇ ਕੋਲ ਇਨਪੁਟਸ ਕੀ ਸਾਹਮਣੇ ਆਏ ਆ? ਜਿਹੜੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਕੀ ਹੈ? ਆਪਦੇ ਨਾਂ ਬਣਾਈ ਹੈ, ਕਿਸੇ ਦੇ ਨਾਂ ਬਣਾਈ? ਦੇਖੋ, ਇਹ ਹਲੇ ਜਿਹੜੀ ਜਾਂਚ ਦਾ ਵਿਸ਼ਾ, ਇਹਦੇ ਵਿੱਚ ਅਸੀਂ ਪ੍ਰਾਪਰਟੀ ਜਿਹੜੀ ਹੈਗੀ ਹੈ ਇਹ ਸਾਨੂੰ ਇਹਨਾਂ ਨੂੰ ਪਰਫਾਰਮੇ ਜਿਹੜੇ ਬਿਜ਼ਨਸ ਪਰਫਾਰਮੇ ਇਹਨਾਂ ਨੂੰ ਭਰਨ ਵਾਸਤੇ ਦਿੱਤੇ ਆ। ਬਾਕੀ ਜਿਹੜੀ ਜਦੋਂ ਇਹ ਪਰਫਾਰਮੇ ਸਾਡੇ ਕੋਲ ਆ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਵੀ ਕੋਈ ਇਹਦੇ 'ਚੋਂ ਸਾਨੂੰ ਕੁਛ ਲੱਗੇਗਾ ਅਸੀਂ ਉਹਦੇ ਮੁਤਾਬਕ ਨੈਕਸਟ ਕਾਰਵਾਈ ਕਰਾਂਗੇ ਜੀ। ਇਸ ਤੋਂ ਪਹਿਲਾਂ ਵੀ ਕੋਈ ਜਾਂਚ ਆਪਦੇ ਤਰੀਕੇ ਨਾਲ ਕੀਤੀ ਹੈ ਜਾਂ ਉਹਨਾਂ ਨੂੰ ਪਹਿਲੀ ਵਾਰ ਬੁਲਾਇਆ? ਨਹੀਂ, ਆਧਾਰ 'ਤੇ ਜਿਹੜੀ ਇਹ ਬਿਜ਼ਨਸ ਇਨਕੁਆਇਰੀ ਦਰਜ ਹੋਈ ਹੈ ਉਹਦੇ ਵਿੱਚ ਹੁਣ ਜਿਹੜਾ ਵੀ ਕੋਈ ਪਹਿਲੀ ਵਾਰੀ ਬੁਲਾਇਆ ਗਿਆ ਇਹਨਾਂ ਨੂੰ। ਬਾਕੀ ਜਿਹੜੀ ਇਹਨਾਂ ਨੇ ਕੁਛ ਇਨਫੋਰਮੇਸ਼ਨ ਸਾਨੂੰ ਜਿਹੜੀ ਦਿੱਤੀ ਹੈ ਔਰ ਜਦੋਂ ਇਹਨਾਂ ਨੂੰ ਹੋਰ ਪਰਫਾਰਮੇ ਦਿੱਤੇ ਭਰਨ ਵਾਸਤੇ, ਜਦੋਂ ਸਾਰੀ ਇਨਫੋਰਮੇਸ਼ਨ ਸਾਡੇ ਕੋਲ ਆ ਜਾਏਗੀ ਉਸ ਤੋਂ ਬਾਅਦ ਨੈਕਸਟ ਕਾਰਵਾਈ ਕੀਤੀ। ਕੋਈ ਟਾਈਮ ਦਿੱਤਾ ਹੈ ਕਦੋਂ ਤੱਕ ਪਰਫਾਰਮੇ ਭਰ ਕੇ ਤੁਹਾਡੇ? ਉਹਨਾਂ ਨੇ 1 ਹਫ਼ਤੇ ਦਾ ਟਾਈਮ ਲਿਆ ਵੀ ਸਾਨੂੰ 1 ਹਫ਼ਤੇ ਤੱਕ ਮੈਂ ਦੇ ਦੇਣਾ ਭਰ ਕੇ। ਰਿਸਪੌਂਸ ਕਿਸ ਤਰੀਕੇ ਦਾ ਰਿਹਾ? ਪਹਿਲੀ ਕਾਲ 'ਤੇ ਉਹਨਾਂ ਨੂੰ ਬੁਲਾਇਆ ਗਿਆ, ਪਹਿਲੀ ਕਾਲ 'ਤੇ ਆਏ ਹੈ, ਸਵਾਲ ਜਵਾਬ ਕਿਸ ਤਰੀਕੇ ਦੇ ਰਹੇ? ਪਹਿਲਾਂ ਇਹਨਾਂ ਨੂੰ ਬੁਲਾਇਆ ਗਿਆ ਸੀਗਾ, ਉਸ ਟਾਈਮ ਦੇ ਉੱਤੇ ਇਹਨਾਂ ਦੀ ਕੋਈ ਪ੍ਰੋਬਲਮ ਹੋ ਗਈ ਸੀਗੀ ਜਿਹਦੇ ਕਰਕੇ ਇਹ ਸਾਡੇ ਕੋਲ ਅੱਜ ਆਏ ਆ। ਰਿਸਪੌਂਸ ਤਾਂ ਜਦੋਂ ਅਸੀਂ ਪੁੱਛਗਿੱਛ ਕੀਤੀ ਹੈ ਹਾਲੇ ਤਾਂ ਕੋਆਪਰੇਟਿਵ ਹੈ। ਬਾਕੀ ਜਿਹੜਾ ਜਦੋਂ ਅਸੀਂ ਹੋਰ ਜਿਹੜੀ ਪ੍ਰਾਪਰਟੀਆਂ ਕੋਈ ਸਾਡੇ ਕੋਲ ਹੈਗੀਆਂ ਨੌਲੇਜ ਉਹ ਪੁੱਛਗਿੱਛ ਕਰਾਂਗੇ, ਉਹਦੇ ਮੁਤਾਬਕ ਫਿਰ ਅਗਲੀ ਕਾਰਵਾਈ ਕੀਤੀ ਜਾਏਗੀ। ਬਹੁਤ ਬਹੁਤ ਧੰਨਵਾਦ। ਤਾਂ ਕੁਸ਼ਲਦੀਪ ਸਿੰਘ ਢਿੱਲੋਂ ਹੈ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਵਿਧਾਇਕ ਹੈ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਰ ਸ਼ਿਕਾਇਤ ਆਈ ਹੈ, ਸ਼ਿਕਾਇਤ ਦੇ ਆਧਾਰ 'ਤੇ ਉਹ ਵਿਜੀਲੈਂਸ ਦਫ਼ਤਰ ਪਹੁੰਚੀ ਹੈ, ਕਿਸ ਤਰੀਕੇ ਦਾ ਜਿਹੜਾ ਉਹਨਾਂ ਦਾ ਰਿਸਪੌਂਸ ਰਿਹਾ।
ਦੇਖੋ ਵਿਜੀਲੈਂਸ ਦੇ ਡੀਐਸਪੀ ਸਾਹਿਬ ਨੇ ਮੈਨੂੰ ਸੁਨੇਹਾ ਦਿੱਤਾ ਸੀ ਕਿ ਤੁਹਾਡੇ ਉਲਟ ਕੋਈ ਸ਼ਿਕਾਇਤ ਆਈ। ਅਜੇ ਤਾਈਂ ਇਹ ਤਾਂ ਨਹੀਂ ਪਤਾ ਕਿ ਸ਼ਿਕਾਇਤ ਕਿਹਨੇ ਕੀਤੀ ਹੈ, ਕਿਉਂਕਿ ਮੈਂ ਕਿਹਾ ਸੀ ਕਿ ਸਾਨੂੰ ਦੱਸ ਦਿਓ ਕਿਹਨੇ ਕੀਤੀ ਹੈ, ਪਰ ਇਹ ਕੁਛ ਇਨਫੋਰਮੇਸ਼ਨ ਚਾਹੁੰਦੇ ਸੀਗੇ ਇਹਨਾਂ ਨੂੰ ਕਿਸੇ, ਸੋ ਮੈਂ ਕਿਹਾ ਸੀ ਜੋ ਵੀ ਇਨਫੋਰਮੇਸ਼ਨ ਚਾਹੁੰਦੇ ਆ ਅਸੀਂ ਮੁਹੱਈਆ ਕਰਾ ਦਿਆਂਗੇ। ਵੈਸੇ ਤਾਂ ਕਿਉਂਕਿ ਮੈਂ ਇਲੈਕਸ਼ਨਾਂ ਲੜਦਾ ਅਤੇ ਹਰੇਕ ਇਲੈਕਸ਼ਨ ਵਿੱਚ ਸਾਡਾ ਪੂਰਨ ਐਫੀਡੇਵਿਟ ਲੱਗਦਾ, ਜਿਹਦੇ ਵਿੱਚ ਸਾਡੀ ਪ੍ਰੋਪਰਟੀ ਦਾ ਜੋ ਕੁਛ ਹੈ ਉਹ ਸਭ ਇਨਫੋਰਮੇਸ਼ਨ ਹੁੰਦੀ ਹੈ। ਪਰ ਮੈਂ ਕਿਹਾ ਹੋਰ ਵੀ ਜੇ ਤੁਹਾਨੂੰ ਕੋਈ ਚਾਹੀਦੀ ਹੈ ਅਤੇ ਉਹ ਅਸੀਂ ਪ੍ਰੋਵਾਈਡ ਕਰਾ ਦਿਆਂਗੇ, ਕਿਉਂਕਿ ਮੈਂ ਜਾਂ ਮੇਰਾ ਜਿਹੜਾ ਪਰਿਵਾਰ ਹੈ ਸਾਰਾ ਇਨਕਮ ਟੈਕਸ ਪੇਈ ਹੈ। ਸੋ ਸਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਤਾਂ ਔਨਲਾਈਨ ਹੈ, ਚਾਹੇ ਕੋਈ ਬੰਦਾ ਇਨਕਮ ਟੈਕਸ ਵੈਬਸਾਈਟ ਤੋਂ ਵੀ ਚੈੱਕ ਕਰ ਸਕਦਾ। ਸੋ ਅਸੀਂ ਸਾਰੇ ਇਨਕਮ ਟੈਕਸ ਪੇਈ ਹੈ, ਸਾਡਾ ਸਭ ਕੁਝ ਔਨ ਪੇਪਰ ਹੈ, ਸਭ ਕੁਝ ਡਿਕਲੇਅਰਡ ਹੈ। ਸੋ ਇਸ ਕਰਕੇ ਮੈਂ ਕਿਹਾ ਜੀ ਜੇ ਤੁਹਾਨੂੰ ਕੁਝ ਫਿਰ ਵੀ ਚਾਹੀਦਾ ਹੈ ਤਾਂ ਉਹ ਅਸੀਂ ਤੁਹਾਨੂੰ ਮੁਹੱਈਆ ਕਰਾ ਦਿਆਂਗੇ। ਕਲੀਅਰ ਹੈ ਕਿ ਤੁਹਾਨੂੰ ਮਤਲਬ ਆਮਦਨ ਦੇ ਜ਼ਿਆਦਾ ਹੋਣ ਦੇ ਨਾਤੇ ਤੇ ਤੁਹਾਨੂੰ ਬੁਲਾਇਆ ਗਿਆ, ਯਾਨੀ ਕਿ ਸਰੋਤ ਤੋਂ ਵੱਧ ਜਿਹੜੀ ਆਮਦਨ ਤੋਂ ਉਸ ਨੂੰ ਲੈ ਕੇ ਬੁਲਾਇਆ ਗਿਆ। ਦੇਖੋ ਮੇਰੀ ਇੱਕ ਬੇਨਤੀ ਹੈ ਕਿ ਬਿਲਕੁਲ ਇਹਨਾਂ ਨੇ ਜੋ ਇਹ ਕਹਿ ਰਹੇ ਹੈ ਕਿ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਡਿਸਪ੍ਰੋਪੋਰਸ਼ਨੇਟ ਐਸਿਡ ਦੀ, ਅਤੇ ਮੈਂ ਇਹਨਾਂ ਨੂੰ ਹੱਸਦਾ ਸੀਗਾ ਕਿ ਜਦੋਂ ਦਾ ਮੈਂ ਸਿਆਸਤ 'ਚ ਆਇਆ ਉਦੋਂ ਦਾ ਮੈਂ ਸਮਝਦਾ ਕਿ ਗਵਾਇਆ ਜ਼ਿਆਦਾ ਬਣਿਆ ਘੱਟ ਹੈ। ਕੋਈ ਅਸੀਂ ਜ਼ਿਆਦਾ ਤੌਰ 'ਤੇ ਸਾਡੇ ਪਰਿਵਾਰ ਨੇ, ਅਸੀਂ ਜਿਹੜੇ ਸਾਡੇ ਹੈਰੀਡਿਟਰੀ ਜਾਂ ਪੁਸ਼ਤੈਨੀ ਸਾਨੂੰ ਐਸੈਟ ਮਿਲੇ ਸੀ ਉਹ ਹਰੇਕ ਇਲੈਕਸ਼ਨ 'ਚ ਵਿਕਦੇ ਹੀ ਹੈ। ਸੋ ਇਸ ਕਰਕੇ ਮਤਲਬ ਕੋਈ ਸਿਆਸਤ ਵਿੱਚੋਂ ਇਹੋ ਜਿਹਾ ਨਾ ਤਾਂ ਫਾਇਦਾ ਲਿਆ ਅਤੇ ਨਾ ਹੀ ਲੈਣਾ, ਕਿਉਂਕਿ ਅਸੀਂ ਤਾਂ ਇੱਕ ਖੁੱਲ੍ਹੀ ਕਿਤਾਬ ਵਾਂਗੂ ਹਾਂ ਅਤੇ ਇਲਾਕੇ ਦੇ ਲੋਕ ਜਾਣਦੇ ਆ, ਹਜ਼ਾਰਾਂ ਦੇ ਕੰਮ ਕੀਤੇ। ਕੋਈ ਬੰਦਾ ਦੱਸੇ ਕਿ ਕਿਸੇ ਤੋਂ ਕਿਸੇ 1 ਰੁਪਈਏ ਦੇ ਵੀ ਰੌਦਾਰ ਹੋਵੇ, ਪਰ ਫਿਰ ਵੀ ਮੈਂ ਇਸ ਗੱਲ ਦਾ, ਕਿਉਂਕਿ ਜੇ ਕਿਸੇ ਨੂੰ ਇਤਰਾਜ਼ ਹੈ ਅਤੇ ਬਿਲਕੁਲ 100% ਮੈਂ ਤਾਂ ਅੱਗੇ ਕਿਹਾ ਗਿਆ ਜੀ ਤਾਂ ਖੁੱਲ੍ਹੀ ਕਿਤਾਬ ਹੈ, ਅਤੇ ਬਿਲਕੁਲ ਮੈਂ ਇਹਨਾਂ ਨੂੰ ਕਿਹਾ ਜੋ ਤੁਹਾਨੂੰ ਚਾਹੀਦਾ ਉਹ, ਵੈਸੇ ਤਾਂ ਸਾਡਾ ਸਭ ਕੁਝ ਔਨਲਾਈਨ ਹੈ, ਫਿਰ ਵੀ ਜੇ ਤੁਹਾਨੂੰ ਕੁਝ ਚਾਹੀਦਾ ਅਸੀਂ ਤੁਹਾਨੂੰ ਮੁਹੱਈਆ ਕਰਾਵਾਂਗੇ। ਵਕੀਲ ਨਾਲ ਤੁਸੀਂ ਅੱਜ ਪੁੱਜੇ ਸੀ ਕਿ ਕੋਈ ਗੱਲਬਾਤ, ਵਕੀਲ ਸਾਹਿਬ ਵੀ ਤੁਹਾਡੇ ਅੱਜ ਆਏ ਸੀਗੇ ਨਾਲ ਉਹ ਮੈਂ ਜੀ ਅੱਜ ਸਿਰਫ ਇਨਕਮ ਟੈਕਸ ਵਾਲੇ ਆਪਣੇ ਵਕੀਲ ਸਾਹਿਬ ਲਿਆਂਦੇ ਸੀ, ਉਹ ਮੇਰੇ ਇਨਕਮ ਟੈਕਸ ਦੇ ਵਕੀਲ ਹੈ। ਕਿਉਂਕਿ ਮੈਂ ਤੁਹਾਨੂੰ ਇੱਕ ਦੱਸਿਆ ਕਿ ਅਸੀਂ ਸਾਰੇ ਬੜੀ ਦੇਰ ਤੋਂ ਇਨਕਮ ਟੈਕਸ ਪੇਈ ਹੈ ਅਤੇ ਸਾਡਾ ਐਵਰੀਥਿੰਗ ਇਜ਼ ਔਨ ਰਿਕਾਰਡ ਐਂਡ ਔਨਲਾਈਨ ਔਨ ਪੇਪਰ। ਉਹਨਾਂ ਨੂੰ ਲਿਆਂਦਾ ਸੀ ਕਿ ਕਿਉਂਕਿ ਬੇਸਿਕਲੀ ਤਾਂ ਉਹਨਾਂ ਨੇ ਇਹਨਾਂ ਨੂੰ ਤਿਆਰ ਕਰਕੇ ਦੇਣਾ ਤਾਂ ਕਿ ਉਹ ਸਮਝ ਲੈਣੇ ਕੀ ਚਾਹੁੰਦੇ ਅਤੇ ਤਿਆਰ ਕਰਕੇ ਦੇ ਦੇਣੇ। ਸਰ ਬਾਅਦ ਵੀ ਤੁਹਾਨੂੰ ਕੋਈ ਬੁਲਾਇਆ ਗਿਆ ਜਾਂ ਨਹੀਂ? ਅਜੇ ਤੱਕ ਇਹਨਾਂ ਨੇ ਕੁਝ ਨਹੀਂ ਦੱਸਿਆ। ਇਹਨਾਂ ਨੇ ਕੁਝ ਇਨਫੋਰਮੇਸ਼ਨ ਲਿਖਾਈ ਹੈ ਜਿਹੜੀ ਮੇਰੇ ਇਨਕਮ ਟੈਕਸ ਵਾਲੇ ਜਿਹੜੇ ਵਕੀਲ ਨੇ ਉਹਨਾਂ ਨੇ ਨੋਟ ਕੀਤੀ ਹੈ, ਅਤੇ ਉਹ ਇਹਨਾਂ ਨੂੰ ਬਣਾ ਕੇ ਦੇ ਦੇਣਗੇ। ਜੇ ਫਿਰ ਇਹ ਕੁਝ ਹੋਰ ਚਾਹਣਗੇ ਉਹ ਵੀ ਦੇ ਦੇਣਗੇ। ਕਿੰਨਾ ਸਮਾਂ ਗੱਲਬਾਤ ਹੁੰਦੀ ਰਹੀ ਤੁਹਾਡੇ ਨਾਲ, ਕਿੰਨੇ ਜਵਾਬ ਹੁੰਦੇ ਰਹੇ? ਕੋਈ ਨਹੀਂ, ਮੇਰੇ ਖਿਆਲ ਨਾਲ ਘੰਟਾ ਕੁ, ਸ਼ਾਇਦ ਘੰਟਾ 1.5 ਘੰਟਾ ਇਹਨਾਂ ਨੇ ਜੋ ਇਹਨਾਂ ਦੇ ਜੋ ਇਹ ਚਾਹੁੰਦੇ ਸੀ ਇਹਨਾਂ ਨੇ ਉਹ ਆਪਦੀਆਂ ਗੱਲਾਂ ਦੱਸੀਆਂ, ਅਤੇ ਜੋ ਇਹ ਚਾਹੁੰਦੇ ਆ ਉਹ ਮੇਰੇ ਵਕੀਲ ਸਾਹਿਬ ਨੇ ਨੋਟ ਕਰ ਲਈਆਂ, ਉਹ ਇਹਨਾਂ ਨੂੰ ਬਣਾ ਕੇ ਦੇ। ਢਿੱਲੋਂ ਸਾਹਿਬ ਪਹਿਲੀ ਕਾਲ ਸੀ ਜਾਂ ਪਹਿਲਾਂ ਵੀ ਕੋਈ ਨਹੀਂ, ਪਹਿਲੀ ਵਾਰੀ। ਪੰਜਾਬ ਦੇ ਵਿੱਚ ਲਗਾਤਾਰ ਵਿਜੀਲੈਂਸ ਵੱਲੋਂ ਵੱਖ-ਵੱਖ ਲੀਡਰਾਂ ਦੀ ਕੋਈ ਵੀ ਪਾਰਟੀ ਹੋਵੇ ਜਾਂਚ ਕੀਤੀ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਰਾਜਨੀਤਿਕ ਤੌਰ 'ਤੇ ਕਰ ਰਹੇ ਕਿ ਬਾਕੀ ਇਹ ਚੀਜ਼ ਦੀ ਜਾਂਚ ਕਰਨਾ ਚਾਹੁੰਦੇ ਹੋ? ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਾਂਚ ਕੋਈ ਮਾੜੀ ਚੀਜ਼ ਨਹੀਂ, ਮੇਰੀ ਇੱਕ ਜਾਂਚ ਕੋਈ ਮਾੜੀ ਚੀਜ਼ ਨਹੀਂ। ਜ਼ਰੂਰ ਜਾਂਚ ਹੋਣੀ ਚਾਹੀਦੀ ਹੈ, ਸਾਰਿਆਂ ਦੀ ਹੋਣੀ ਚਾਹੀਦੀ ਹੈ, ਚਾਹੇ ਕੋਈ ਲੀਡਰ ਨੇ, ਚਾਹੇ ਕੋਈ ਅਫਸਰ ਨੇ, ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਕਿਸੇ ਤੋਂ ਸ਼ਿਕਾਇਤ ਹੈ, ਜਾਂਚ ਕੋਈ ਮਾੜੀ ਚੀਜ਼ ਨਹੀਂ ਗੀ, ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਪਰ ਮੇਰੀ ਇੱਕ ਬੇਨਤੀ ਹੈ ਕਿ ਜਿਹੜੀ ਜਾਂਚ ਉਹ ਇਸ ਮੋਟਿਵ ਨਾਲ ਹੋਣੀ ਚਾਹੀਦੀ ਹੈ ਕਿ ਉਹ ਫੇਅਰ ਹੋਵੇ, ਉਹ ਜਾਇਜ਼ ਹੋਵੇ, ਉਹ ਫੇਅਰ ਹੋਵੇ। ਸਿਰਫ ਰਾਜਨੀਤਿਕ ਲਾਭ ਲੈਣ ਵਾਸਤੇ ਜਾਣ ਕੇ ਕਿਸੇ ਨੂੰ ਖੱਜਲ ਖੁਆਰ ਕੀਤਾ ਜਾਵੇ, ਉਹ ਗੱਲ ਮਾੜੀ ਹੈ। ਫਿਰ ਜਾਂਚ ਹਰੇਕ ਦੀ ਹੋਣੀ ਚਾਹੀਦੀ ਹੈ, ਮੈਂ ਇਸ ਗੱਲ ਦੇ ਹੱਕ ਵਿੱਚ ਹਾਂ, ਅਤੇ ਉਹਦੇ ਵਿੱਚੋਂ ਕਿਸੇ ਨੂੰ ਮੈਂ ਸਮਝਦਾ ਭੱਜਣਾ ਵੀ ਨਹੀਂ ਚਾਹੀਦਾ ਉਹਨੂੰ, ਕਿਉਂਕਿ ਅਸੀਂ ਜਿਹੜੇ ਸਿਆਸੀ ਬੰਦੇ ਹਾਂ, ਅਸੀਂ ਇੱਕ ਮਤਲਬ ਲੋਕਾਂ ਵਿੱਚ ਰਹਿਣ ਵਾਲੇ ਲੋਕ ਹਾਂ। ਸੋ ਇਸ ਕਰਕੇ ਸਾਡਾ ਜੀਵਨ ਹਰੇਕ ਨੂੰ ਪਤਾ ਹੁੰਦਾ। ਅਗਰ ਤੁਹਾਨੂੰ ਦੁਬਾਰਾ ਬੁਲਾਇਆ ਜਾਂਦਾ ਤਾਂ ਪੂਰਾ ਕੋਆਪਰੇਟ ਕਰੋ। ਮੈਂ ਕਿਹਾ ਜੀ 100% ਕਿਉਂ ਨਾ ਕਰਾਂਗੇ। ਮਤਲਬ ਸਾਡੇ ਕੋਲ ਕੋਈ ਲੁਕਾਉਣ ਨੂੰ ਹੀ ਹੈ ਨਹੀਂ ਜਿਹੜਾ ਅਸੀਂ ਲੁਕਾਉਣਾ, ਜੇ ਸਭ ਕੁਝ ਔਨਲਾਈਨ ਹੈ, ਔਨ ਪੇਪਰ ਹੈ, ਜੋ ਇਹ ਪੁੱਛਣਗੇ ਅਸੀਂ ਦੇਣ ਨੂੰ ਤਿਆਰ ਹਾਂ। ਬਾਕੀ ਮੇਰੀ ਇੱਕ ਬੇਨਤੀ ਹੈ, ਮੈਂ ਗੱਲ ਕਹਿਣਾ ਚਾਹੁੰਦਾ ਕਿ ਜਾਂਚ ਜ਼ਰੂਰ ਕਰੋ। ਮੈਂ ਜਿਵੇਂ ਅੱਗੇ ਕਿਹਾ ਫੇਅਰ ਹੋਣੀ ਚਾਹੀਦੀ। ਦੂਜੀ ਬੇਨਤੀ ਮੇਰੀ ਇਹ ਹੈ ਕਿ ਵਿਜੀਲੈਂਸ ਦੇ ਨਾਲ ਜਿਹੜੇ ਹੋਰ ਮਸਲੇ ਹੈ, ਜਿਹੜੇ ਲੋਕ ਹਿੱਤ ਦੇ ਮਸਲੇ ਹੈ, ਲੋਕਾਂ ਦੇ ਕੰਮ ਹੈ, ਉਹਨਾਂ ਵੱਲ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਲੋਕ ਨਾ ਸਫਰ ਕਰਨ। ਸਿਰਫ ਮਤਲਬ
ਅਖਬਾਰਾਂ 'ਚ ਇਹੀ ਸੁਰਖੀਆਂ ਨਾ ਰਹਿਣ, ਲੋਕਾਂ ਦੇ ਵੀ ਮਸਲੇ ਹੱਲ ਹੋਣੇ ਚਾਹੀਦੇ ਆ, ਮੇਰੀ ਸੋਚ ਹੈ। ਦੂਜੀ ਬੇਨਤੀ ਇਹ ਹੈ ਕਿ ਇਹ ਵੀ ਜ਼ਰੂਰ ਦੇਖਣਾ ਚਾਹੀਦਾ, ਇੱਕ ਸਰਵੇ ਕਰਾਉਣਾ ਚਾਹੀਦਾ ਹੈ ਕਿ ਕੀ ਅੱਜ ਕਰਪਸ਼ਨ ਬੰਦ ਹੋ ਗਈ, ਕੀ ਤਹਿਸੀਲਾਂ ਵਿੱਚ ਜਾਂ ਦਫ਼ਤਰਾਂ ਵਿੱਚ ਕਰਪਸ਼ਨ ਬੰਦ ਹੋ ਗਈ। ਸੋ ਇਹ ਵੀ ਦੇਖਣਾ ਚਾਹੀਦਾ, ਕਿਉਂਕਿ ਜਦੋਂ ਸਰਕਾਰ ਕੋਈ ਚੱਲ ਰਹੀ ਹੁੰਦੀ ਹੈ ਤੇ ਉਹਨਾਂ ਨੂੰ ਇਹ ਵੀ ਆਪਦੇ ਆਪ ਨੂੰ ਵੀ ਕ੍ਰਾਸ ਚੈੱਕ ਕਰਨਾ ਚਾਹੀਦਾ ਕਿ ਅੱਜ ਹਾਲਾਤ ਕੀ ਨੇ ਥੱਲੇ। ਸੋ ਇਹ ਵੀ ਜ਼ਰੂਰ ਦੇਖਣਾ ਸਰ, ਚਾਹੀਦਾ। ਤੁਹਾਡੇ ਸਮੇਂ 'ਚ ਜਿੰਨੇ ਵਿਕਾਸ ਕੰਮ ਸ਼ੁਰੂ ਹੋਏ ਸੀ ਲਗਭਗ ਸਾਰੇ ਇਸ ਵਕਤ ਬੰਦ ਪਏ ਆ, ਕੀ ਕਹਿਣਾ ਚਾਹੋਗੇ? ਦੇਖੋ, ਬੜੇ ਅਫਸੋਸ ਦੀ ਗੱਲ ਹੈ। ਮੈਂ ਫੇਰ ਕਹਿੰਦਾ, ਤੁਸੀਂ ਸਾਰੇ ਸਾਡੇ ਪ੍ਰੈਸ ਵਾਲੇ ਸ਼ਹਿਰ ਦੇ ਮੋਹਤਵਰ ਸੱਜਣ ਇੱਥੇ ਮੌਜੂਦ ਹੋ। ਮੈਂ ਅੱਜ ਫੇਰ ਕਹਿੰਦਾ ਕਿ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਮੈਂ ਬਹੁਤ ਸ਼ੌਕ ਤੇ ਚਾਅ ਨਾਲ ਫਰੀਦਕੋਟ ਸ਼ਹਿਰ ਵਿੱਚ ਵਿਕਾਸ ਦੇ ਕੰਮ ਕਰਵਾਏ ਸੀ। ਉਹ ਕੰਮ ਕਰਾਏ ਜਿਹੜੇ ਪਿਛਲੇ 20-25 ਸਾਲਾਂ 'ਚ ਨਾ ਹੋਇਆ ਤੇ ਨਾ ਹੀ ਗਾ ਹੋਣੇ। ਪਰ ਕੋਈ ਕੰਮ ਸਿਰਫ 5% ਅਧੂਰਾ ਪਿਆ, ਕੋਈ ਕੰਮ ਸਿਰਫ 10% ਅਧੂਰਾ ਪਿਆ, ਤੇ ਉਵੇਂ ਹੀ ਲਮਕਦੇ ਹੈ। ਜੇ ਉਹ ਕੰਮ ਨਹੀਂ ਸਿਰੇ ਲੱਗਦੇ ਤਾਂ ਜਿਹੜਾ ਇੰਨਾ ਪੈਸਾ ਅੱਗੇ ਲੱਗਿਆ ਹੋਇਆ ਉਹਨਾਂ ਕੰਮਾਂ 'ਤੇ ਉਹ ਵੀ ਸਾਰਾ ਖਰਾਬ ਹੋਏਗਾ, ਸਰਕਾਰੀ ਪੈਸਾ। ਸੋ ਮੇਰੀ ਤਾਂ ਇਹ ਬੇਨਤੀ ਹੈ ਕਿ ਸਭ ਦੇ ਟੈਂਡਰ ਪਾਸ ਹੋਏ ਹੋਏ ਆ, ਸਭ ਕੰਮਾਂ ਦੇ ਟੈਂਡਰ ਅਲਾਟ ਹੋਏ ਹੋਏ ਆ। ਉਹ ਤਾਂ ਔਨਗੋਇੰਗ ਕੰਮ ਹੈ, ਕੋਈ 5% ਰਹਿ ਗਿਆ, ਕੋਈ 10% ਰਹਿ ਗਿਆ। ਸਿਰਫ ਸਰਕਾਰ ਨੇ ਉਹਨਾਂ ਦੇ ਪੈਸੇ ਰੋਕ ਲਏ ਤੇ ਉਹ ਠੇਕੇਦਾਰਾਂ ਨੂੰ ਪੇਮੈਂਟ ਨਹੀਂ ਸਰਕਾਰ ਦੇ ਰਹੀ, ਇਸ ਕਰਕੇ ਠੇਕੇਦਾਰ ਕੰਮ ਨਹੀਂ ਕਰ ਰਹੇ। ਸੋ ਮੇਰੀ ਤਾਂ ਸਰਕਾਰ ਮੂਹਰੇ ਬੇਨਤੀ ਹੈ ਕਿ ਜਿਹੜਾ ਇੰਨਾ ਪੈਸਾ ਲੱਗਿਆ ਉਹ ਬਰਬਾਦ ਹੋ ਰਿਹਾ। ਸੋ 5-10% ਪਿੱਛੇ ਜਿਹੜੇ ਉਹ ਕੰਮ ਅਧੂਰੇ ਪਏ ਆ, ਥੋੜ੍ਹੇ ਜਿਹੇ ਪੈਸੇ ਪਿੱਛੇ ਉਹ ਕੰਮ ਖਰਾਬ ਨਹੀਂ ਹੋਣੇ ਚਾਹੀਦੇ ਤੇ ਸਾਡੇ ਇਲਾਕੇ ਦੇ ਲੋਕ ਸਫਰ ਨਹੀਂ ਕਰਨਾ ਚਾਹੀਦੇ। ਸਰ, ਮੁਹੱਲਾ ਕਲੀਨਿਕ ਤੇ ਵੀ ਦੱਸ ਦਿਓ ਜੀ, ਇੱਕ ਪਾਸੋਂ ਡਾਕਟਰ ਡਿਸਪੈਂਸਰੀਆਂ ਬੰਦ ਕੀਤੀਆਂ ਜਾਂਦੀਆਂ, ਦੂਜੇ ਪਾਸੋਂ ਮੁਹੱਲਾ ਕਲੀਨਿਕ ਚਲਾਇਆ। ਦੇਖੋ, ਮੈਂ ਸਮਝਦਾ ਹਾਂ ਕਿ ਜਿਹੜੀ ਮੁਹੱਲਾ ਕਲੀਨਿਕ ਦੀ ਅਸਲੀਅਤ ਹੈ, ਵੈਸੇ ਤਾਂ ਉਹ ਪ੍ਰੈਸ ਦੇ ਸਾਹਮਣੇ ਆ ਰਹੀ ਹੈ, ਬੜੇ ਖੁੱਲ੍ਹ ਕੇ ਆ ਰਹੀ ਹੈ, ਬੜੇ ਚੰਗੀ ਤਰ੍ਹਾਂ ਚੱਲ ਰਹੀ ਹੈ। ਸੋ ਮੈਂ ਸਮਝਦਾ ਕਿ ਸਰਕਾਰ ਨੂੰ ਜੇ ਉਹ ਹੈਲਥ ਵੱਲ ਧਿਆਨ ਦੇਣਾ ਚਾਹੀਦਾ। ਉਹਨਾਂ ਨੂੰ ਪੁਰਾਣੇ ਜਿਹੜੇ ਹੈਲਥ ਸੈਂਟਰ ਨੇ ਜਾਂ ਜਿਹੜੇ ਪੁਰਾਣੇ ਹਸਪਤਾਲ ਨੇ ਉਹਨਾਂ ਨੂੰ ਬੰਦ ਕਰਕੇ ਉਹਨਾਂ ਦਾ ਸਟਾਫ ਸ਼ਿਫਟ ਕਰਕੇ ਨਵੇਂ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਪੁਰਾਣੇ ਉਵੇਂ ਹੀ ਚੱਲਦੇ ਰਹਿਣ ਦੇਣ ਤੇ ਨਵੇਂ ਸਟਾਫ ਭਰਤੀ ਕਰਕੇ ਨਵੇਂ ਚਲਾ ਲੈਣ, ਚੰਗੀ ਗੱਲ ਹੈ। ਪਰ ਇਹ ਥੋੜ੍ਹਾ ਕਿ ਤੁਸੀਂ ਉਹ ਬੰਦ ਕਰਕੇ ਨਵੇਂ ਚਲਾ ਲਓ, ਉਹਦਾ ਕੀ ਫਾਇਦਾ ਹੋਇਆ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਤੇ ਜਿਹੜੇ ਪੁਰਾਣੇ ਚੱਲ ਰਹੇ ਆ ਉਹਨਾਂ ਨੂੰ ਉਵੇਂ ਹੀ ਚੱਲਦੇ ਰਹਿਣ ਦੇਣ ਤੇ ਨਵਾਂ ਸਟਾਫ ਲਿਆ ਕੇ, ਨਵਾਂ ਸਿਸਟਮ ਲਿਆ ਕੇ ਨਵੇਂ ਚਲਾਉਣ। ਇੱਕ ਥੋੜ੍ਹਾ ਜਿਹਾ ਹੋਰ ਸਵਾਲ ਹੈ ਜੀ, ਇਹ ਜਿਹੜੇ ਵਿਮੁਕਤ ਜਾਤੀਆਂ ਜਿਹੜੇ ਸੰਘ ਵਾਲੇ ਆ ਉਹ ਲਗਾਤਾਰ ਉਹਨਾਂ ਨੂੰ ਅੱਜ 100 ਦਿਨ ਦਾ ਕਰੀਬ ਦਾ ਸਮਾਂ ਹੋ ਗਿਆ ਜੀ, ਕੈਬਨਿਟ ਮੰਤਰੀ ਦੇ ਬੂਹੇ ਅੱਗੇ ਬੈਠੇ ਆ ਜੀ। ਉਹਨਾਂ ਦਾ ਕਹਿਣਾ ਇਹੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ 100 ਦਿਨ ਤੋਂ ਉੱਤੇ ਹੋ ਗਏ, ਕੋਈ ਜਿਹੜੀ ਸਰਕਾਰ ਧਿਆਨ ਨਹੀਂ ਦੇ ਰਹੀ। ਬੜੀ ਦੁੱਖ ਦੀ ਗੱਲ ਹੈ ਜੀ, ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਹੜੇ ਵਿਮੁਕਤ ਜਾਤੀਆਂ ਵਾਲੇ ਆ ਉਹ ਇੰਨੀ ਦੇਰ ਤੋਂ ਵਿਚਾਰੇ ਬੈਠੇ ਆ। ਉਹਨਾਂ ਦਾ ਅਸੀਂ ਕਾਂਗਰਸ ਸਰਕਾਰ ਵਿੱਚ ਉਹਨਾਂ ਦਾ ਜਿਹੜਾ ਬਣਦਾ ਹੱਕ ਸੀ ਉਹਨਾਂ ਨੂੰ ਦਿੱਤਾ ਸੀ, ਇਹਨਾਂ ਨੇ ਆਉਂਦੇ ਸਾਰ ਖੋਹ ਲਿਆ। ਮੈਂ ਸਮਝਦਾ ਹਾਂ ਕਿ ਵਾਕਈ ਉਹਨਾਂ ਨੂੰ ਲੋੜ ਹੈ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਇੰਨੀ ਦੇਰ ਤੋਂ ਵਿਚਾਰੇ ਸੰਘਰਸ਼ ਕਰ ਰਹੇ ਆ ਤੇ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ। ਇੱਕ ਹੋਰ ਬਿਆਨ ਆ ਗਿਆ ਜੀ, ਜਿਹੜੇ ਧਰਤੀ ਹੇਠੋਂ ਜਿਹੜਾ ਪਾਣੀ ਕੱਢਣਗੇ ਉਹਨਾਂ ਦੇ ਬਿੱਲ ਆਉਣਗੇ। ਪਰਮਾਤਮਾ ਖੈਰ ਹੀ ਕਰੇ ਤੇ ਮੈਂ ਸਮਝਦਾ ਕਿ ਹੁਣ ਮੈਂ ਕੀ ਕਵਾਂ। ਅਜੇ ਤਾਂ 2-4 ਮਹੀਨੇ ਜਿਹੜਾ ਬਿਜਲੀ ਬੋਰਡ ਹੈ ਉਹ ਬਿਲਕੁਲ ਬੰਦ ਹੋਣ ਦੇ ਕਿਨਾਰੇ ਹੈ। ਸੋ ਪਰਮਾਤਮਾ ਖੈਰ ਕਰੇ, ਪੰਜਾਬ ਨੂੰ ਸਮੱਤ ਬਖਸ਼ੇ ਤੇ ਪੰਜਾਬ ਤਰੱਕੀ ਵਾਲੇ ਪਾਸੇ ਚਲੇ ਜਾਏ, ਆਪਾਂ ਸਾਰਾ ਕੁਝ ਬੰਦ ਕਰਨ ਵਾਲੇ ਪਾਸੇ ਨਾ ਜਾਈਏ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਕੁਸ਼ਲਦੀਪ ਸਿੰਘ ਢਿੱਲੋਂ। ਤਾਂ ਅੱਜ ਇਹਨਾਂ ਨੂੰ ਵਿਜੀਲੈਂਸ ਵੱਲੋਂ ਜਿਹੜਾ ਇੱਥੇ ਬੁਲਾਇਆ ਗਿਆ ਸੀਗਾ, ਜਿਹੜੀ ਆਮਦਨ ਤੋਂ ਵੱਧ ਜਾਇਦਾਦ ਦੇ ਕਿਤੇ ਨਾ ਕਿਤੇ ਜਿਹੜੇ ਪਤਾ ਲੱਗ ਰਿਹਾ ਕਿ ਇਹਨਾਂ ਨੇ ਆਪ ਵੀ ਦੱਸਿਆ ਕਿ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਦਾ ਜਿਹੜੇ ਵਿਜੀਲੈਂਸ ਕੋਲ ਕੋਈ ਸ਼ਿਕਾਇਤ ਗਈ ਸੀ ਤਾਂ ਉਹ ਸ਼ਿਕਾਇਤ ਦੇ ਆਧਾਰ 'ਤੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਇੱਥੇ ਅੱਜ ਇਹ ਪਹੁੰਚੇ ਆ। ਆਪਣੇ ਜਿਹੜੇ ਵਕੀਲ ਵੀ ਇਹਨਾਂ ਦੇ ਨਾਲ ਸੀਗੇ ਤਾਂ ਪੂਰਾ 1 ਘੰਟੇ ਦੇ ਕਰੀਬ ਇਹਨਾਂ ਦੀ ਜਿਹੜੀ ਗੱਲਬਾਤ ਹੋਈ ਹੈ, ਉਹਨਾਂ ਨੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਹੈ ਤੇ ਇਹਨਾਂ ਨੇ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ, ਜਾਂਚ ਦਾ ਜਿਹੜਾ ਮਕਸਦ ਹੈ ਉਹ ਸਹੀ ਹੋਣਾ ਚਾਹੀਦਾ ਵਿਜੀਲੈਂਸ ਦਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਵਿਜੀਲੈਂਸ ਦੇ ਅਧਿਕਾਰੀ ਜਾਂ ਕੋਈ ਵੀ ਉਹਨਾਂ ਨੂੰ ਬੁਲਾਉਣਗੇ, ਟੀਮ ਬੁਲਾਵੇਗੀ ਤਾਂ ਉਹ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਸਾਥ ਦੇਣਗੇ। ਗੁਰਜੀਤ ਸਿੰਘ ਰਮਾਣਾ, T5 ਚੈਨਲ ਪੰਜਾਬੀ, ਫਰੀਦਕੋਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ
naibtehsildar.com। P5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।